ਕੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਾਈ? ਗਰੀਬੀ ਕਾਰਨ ਨਹੀਂ ਪੂਰੇ ਹੋ ਰਹੇ ਪੜ੍ਹਨ ਦੇ ਸੁਪਨੇ? ਫਾਈਨੈਂਸ਼ੀਅਲ ਏਡ ਪੂਰੇ ਕਰੇਗੀ ਤੁਹਾਡੇ ਸੁਪਨੇ। ਹੋਣਹਾਰ ਤੇ ਗਰੀਬ ਵਿਦਿਆਰਥੀਆਂ ਦਾ ਸਹਾਰਾ ਬਣੇਗੀ ਫਾਈਨੈਂਸ਼ੀਅਲ ਏਡ। ਜਾਣੋ ਤੁਸੀਂ ਕਿਵੇਂ ਲੈ ਸਕਦੇ ਹੋ ਲਾਭ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਪ੍ਰੀਤ ਸਿੰਘ ਜਸਵਾਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਇਸ ਸਮੇਂ ਅਸੀਂ ਗੱਲ ਕਰਨ ਜਾ ਰਹੇ ਹਾਂ ਫਾਈਨੈਂਸ਼ੀਅਲ ਏਡ। ਚੰਡੀਗੜ੍ਹ ਯੂਨੀਵਰਸਿਟੀ ਘੜੂੰਵਾਂ ਸੀਯੂ ਦੇ ਨਾਂ ਨਾਲ ਮਸ਼ਹੂਰ ਇਸ ਯੂਨੀਵਰਸਿਟੀ ਨੇ ਹਮੇਸ਼ਾ ਹੀ ਵੱਖਰੀਆਂ ਗੱਲਾਂ ਕਰਕੇ ਵੱਖਰੇ ਪੈੜਾਂ ਪੱਟ ਕੇ ਆਪਣਾ ਨਾਮ ਪੂਰੇ ਵਰਲਡ ਦੇ ਵਿੱਚ ਫੇਮਸ ਕੀਤਾ ਅਤੇ ਉਹ ਲੋਕਾਂ ਦੀ ਮਦਦ ਕੀਤੀ ਹੈ ਜਿਨ ਲੋਕ ਇਸ ਮਦਦ ਦੇ ਅਸਲੀ ਹੱਕਦਾਰ ਨੇ। ਅੱਜ ਸਾਡੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਨੇ। ਉਹਨਾਂ ਨਾਲ ਗੱਲ ਕਰਦੇ ਹਾਂ ਕਿ ਫਾਈਨੈਂਸ਼ੀਅਲ ਏਡ ਕੀ ਆ ਅਤੇ ਕਿੰਨੀ ਅਮਾਊਂਟ ਦਿੱਤੀ ਜਾਣੀ ਹੈ ਅਤੇ ਕਿਹੜੀ ਸਟਰੀਮ ਦੇ ਵਿੱਚ ਦਿੱਤੀ ਜਾਣੀ ਹੈ। ਸਭ ਤੋਂ ਪਹਿਲਾਂ ਸਤਨਾਮ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ ਸੁਹੇਲ ਸਾਹਿਬ। ਅੱਛਾ ਸਤਨਾਮ ਸਿੰਘ ਜੀ, ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਹੀ ਉਹ ਲੋਕਾਂ ਦੀ ਮਦਦ ਕਰਦੀ ਆਈ ਆ ਜਿਹੜੇ ਲੋਕ ਮਦਦ ਦੇ ਹੱਕਦਾਰ ਹੁੰਦੇ ਨੇ। ਤੁਸੀਂ ਪਿੱਛੇ ਜੇ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ, ਕੋਵਿਡ-19 ਦੇ ਵਿੱਚ ਬਹੁਤ ਵਧੀਆ ਜਿਹੜਾ ਯੂਨੀਵਰਸਿਟੀ ਤੋਂ ਇੱਕ ਰੋਲ ਪਲੇ ਕੀਤਾ ਗਿਆ ਤੁਹਾਡੀ ਰਹਿਨੁਮਾਈ ਦੇ ਹੇਠ। ਫਾਈਨੈਂਸ਼ੀਅਲ ਏਡ ਜਿਹੜੀ ਸ਼ੁਰੂ ਕੀਤੀ ਗਈ ਹੈ, ਇਹ ਕੀ ਹੈ ਜੀ? ਇਹ ਜੀ ਇੱਕ ਬਹੁਤ ਹੀ ਨਿਮਾਣਾ ਜਿਹਾ ਉਪਰਾਲਾ ਹੈਗਾ। ਇਹ ਉਹਨਾਂ ਵਿਦਿਆਰਥੀਆਂ ਦੇ ਵਾਸਤੇ ਜਿਹੜੇ ਬਹੁਤ ਅੱਛੇ ਕ੍ਰੈਡੈਂਸ਼ੀਅਲ ਰੱਖਦੇ ਨੇ, ਬਹੁਤ ਯੋਗ ਨੇ ਔਰ ਵਿੱਤੀ ਸੰਕਟ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ। ਸਾਡਾ ਉਪਰਾਲਾ ਹੈ ਕਿ ਇਸ ਸਾਲ ਕਰੋਨਾ ਮਹਾਮਾਰੀ ਦੇ ਨਾਲ ਬਹੁਤ ਵੱਡਾ ਵਿੱਤੀ ਸੰਕਟ ਸਾਹਮਣੇ ਆ ਗਿਆ। ਬਹੁਤ ਸਾਰੇ ਮਾਪੇ ਜਿਹੜੇ ਨੇ ਜਿਨ੍ਹਾਂ ਦੇ ਰੁਜ਼ਗਾਰ ਚਲੇ ਗਏ, ਪ੍ਰਾਈਵੇਟ ਜੋਬਾਂ ਕਰਦੇ ਸੀ ਚਲੀਆਂ ਗਈਆਂ। ਬਹੁਤ ਸਾਰੇ ਐਸੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਪੜ੍ਹਾਉਣੇ ਸੀ ਲੇਕਿਨ ਛੋਟੇ ਕਾਰੋਬਾਰ ਸੀ ਬੰਦ ਹੋ ਗਏ। ਤਾਂ ਅਸੀਂ ਸਮਝਿਆ ਕਿ ਇੱਕ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ। ਕਰੋਨਾ ਦੇ ਇੱਕ ਤਾਂ ਵਕਤੀ ਪ੍ਰਭਾਵ ਹੈਗੇ ਨੇ ਜਿਹੜੇ ਕਿ ਜਲਦੀ ਪੂਰੇ ਹੋ ਜਾਣਗੇ, ਲੇਕਿਨ ਇਹ ਦੂਰ ਵਕਤੀ ਪ੍ਰਭਾਵ ਪੈ ਸਕਦੇ ਨੇ ਕਿ ਅਗਰ ਜਿਹੜਾ ਸਾਡਾ ਭਵਿੱਖ ਹੈ, ਜਿਹੜਾ ਸਾਡਾ ਫਿਊਚਰ ਹੈ, ਅੱਜ ਅਗਰ ਅਸੀਂ ਉਹਨੂੰ ਨਹੀਂ ਸੰਭਾਲਾਂਗੇ ਤਾਂ ਲੰਬੇ ਸਮੇਂ ਦੇ ਜਿਹੜੇ ਪ੍ਰਭਾਵ ਸਾਨੂੰ ਭੁਗਤਣੇ ਪੈਣਗੇ ਨਤੀਜੇ ਇਹਦੇ। ਤਾਂ ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਇੱਕ ਬਹੁਤ ਨਿਮਾਣਾ ਜਿਹਾ ਯਤਨ ਕੀਤਾ। 48 ਕਰੋੜ ਰੁਪਏ ਅਸੀਂ ਆਪਣੇ ਸਾਧਨਾਂ ਵਿੱਚੋਂ ਇਹ ਬਜਟ ਦੀ ਵਿਵਸਥਾ ਕੀਤੀ ਹੈ ਕਿ ਇਹ ਪੈਸਾ ਅਸੀਂ ਇਹਨਾਂ ਬੱਚਿਆਂ 'ਤੇ ਇਨਵੈਸਟ ਕਰਾਂਗੇ ਜਿਹੜੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਨੇ, ਲੋੜਵੰਦ ਨੇ ਅਤੇ ਲੇਕਿਨ ਬਹੁਤ ਹੁਸ਼ਿਆਰ ਨੇ, ਪੋਟੈਂਸ਼ੀਅਲ ਰੱਖਦੇ ਨੇ। ਅਤੇ ਜਿਹੜੇ ਲੋਕ ਪੜ੍ਹਾਈ ਦੇ ਵਿੱਚ ਹੁਸ਼ਿਆਰ ਨੇ, ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਨੇ, ਸਭ ਤੋਂ ਵੱਡੀ ਗੱਲ ਜਿਹੜੇ ਲੋੜਵੰਦ ਨੇ, ਕਿਸੇ ਵੀ ਜਾਤ ਨਾਲ, ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੁਣ, ਚੰਡੀਗੜ੍ਹ ਯੂਨੀਵਰਸਿਟੀ ਉਹਨਾਂ ਦੀ ਮਦਦ ਕਰੂਗੀ। ਲੇਕਿਨ ਇਹ ਜਿਹੜੀ ਹੈਗੀ ਕਿਹੜੀ ਸਟਰੀਮ ਦੇ ਵਿੱਚ ਕੀਤੀ ਜਾ ਰਹੀ ਆ ਅਤੇ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਜੀ? ਇਸ ਦੇ ਵਾਸਤੇ ਕੋਈ ਸ਼ਰਤ ਨਹੀਂ ਹੈ ਜੀ ਕਿ ਕਿਹੜੀ ਸਟਰੀਮ, ਸਾਰੇ ਹੀ ਕੋਰਸ, ਇਹ ਬੱਚੇ ਦੀ ਚੋਇਸ ਹੈ ਕਿ ਉਹਨੇ ਕਿਹੜੇ ਕੋਰਸ ਦੇ ਵਿੱਚ ਪੜ੍ਹਨਾ ਹੈਗਾ। ਕਿਉਂਕਿ ਅਗਰ ਅਸੀਂ ਸ਼ਰਤਾਂ ਰੱਖਦੇ ਨੇ ਤਾਂ ਕਿਤੇ ਨਾ ਕਿਤੇ ਬੱਚੇ ਦੀ ਜਿਹੜੀ ਖੁਆਇਸ਼ ਪੂਰੀ ਨਹੀਂ ਹੁੰਦੀ। ਤਾਂ ਸਾਡਾ ਮਕਸਦ ਇਹੀ ਹੈ ਕਿ ਜਿਹੜਾ ਟੈਲੈਂਟਡ ਸਟੂਡੈਂਟ ਹੈਗਾ ਉਹ ਜੋ ਵੀ ਉਸਦੀ ਇੱਛਾ ਉਹ ਪੂਰੀ ਹੋਵੇ। ਸਿਰਫ ਵਿੱਤੀ ਸੰਕਟ ਕਰਕੇ ਉਹ ਪੜ੍ਹਾਈ ਤੋਂ ਮਹਿਰੂਮ ਨਾ ਰਹਿ ਜਾਵੇ, ਵਾਂਝਾ ਨਾ ਰਹਿ ਜਾਵੇ। ਅੱਛਾ, 48 ਕਰੋੜ ਰੁਪਏ ਦੀ ਗੱਲ ਕੀਤੀ ਆ, ਬਹੁਤ ਵੱਡਾ ਬਜਟ ਹੈਗਾ 48 ਕਰੋੜ ਰੁਪਈਆ ਉਹ ਸਟੂਡੈਂਟਸ ਦੇ ਲਈ ਜਿਹੜੇ ਸਟੂਡੈਂਟ ਟੈਲੈਂਟਡ ਨੇ, ਜਿਨ੍ਹਾਂ ਦੇ ਵਿੱਚ ਕੁਛ ਕਰਨ ਦੀ ਪ੍ਰਤਿਭਾ ਹੈਗੀ ਆ, ਲੇਕਿਨ ਫਾਈਨੈਂਸ਼ੀਅਲ ਕੰਡੀਸ਼ਨ ਦੇ ਕਾਰਨ ਉਹ ਵਧੀਆ ਪੜ੍ਹਾਈ ਨਹੀਂ ਅਚੀਵ ਜਾਂ ਚੰਗੀ ਜਿਹੜੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ। ਤਾਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਨਿਯਮਤਾ ਵਾ ਅਤੇ ਉਹ ਜਦੋਂ ਵੀ ਮਰਜ਼ੀ ਆਉਣ ਅਤੇ ਜਿਸ ਵੀ ਸਟਰੀਮ ਦੇ ਵਿੱਚ ਉਹ ਐਡਮਿਸ਼ਨ ਲੈਣਾ ਚਾਹੁਣ ਤਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਉਹਨਾਂ ਨੂੰ ਖੁੱਲ੍ਹਾ ਸਿੱਧਾ ਦਿੱਤਾ ਗਿਆ। ਹੋਰ ਕੀ ਜਿਹੜੀਆਂ ਚੀਜ਼ਾਂ ਨੇ ਇਸ ਫਾਈਨੈਂਸ਼ੀਅਲ ਏਡ ਦੇ ਵਿੱਚ ਸ਼ਾਮਲ ਨੇ? ਇਸ ਦੇ ਵਿੱਚ ਵੱਖ-ਵੱਖ ਜਿਹੜੇ ਵਰਗਾਂ ਦੇ ਵਿੱਚ ਅਸੀਂ ਜ਼ਰੂਰ ਰੱਖਿਆ ਗਿਆ ਹੈਗਾ, ਵਿਵਸਥਾ ਕੀਤੀ ਗਈ ਹੈਗੀ ਹੈ ਕਿ ਜਿਹੜੀਆਂ ਸਿੰਗਲ ਗਰਲ ਚਾਈਲਡ ਹੈਗੇ ਨੇ, ਉਹ ਬੱਚੀਆਂ ਨੇ, ਉਹਨਾਂ ਵਾਸਤੇ ਵੱਖਰਾ ਰੱਖਿਆ ਗਿਆ ਹੈਗਾ ਔਰ ਅਲੱਗ-ਅਲੱਗ ਹੋਰ ਕੈਟੇਗਰੀ ਨੇ। ਇਸ ਦੇ ਨਾਲ 48 ਕਰੋੜ ਤੋਂ ਇਲਾਵਾ, ਕਿਉਂਕਿ 48 ਕਰੋੜ ਦੇਖਣ ਨੂੰ ਬਹੁਤ ਵੱਡਾ ਲੱਗਦਾ, ਲੇਕਿਨ ਜਦੋਂ ਤੁਸੀਂ ਸਾਡੇ ਲੱਖਾਂ ਵਿਦਿਆਰਥੀ ਹੈ ਡਿਵਾਈਡ ਕਰਦੇ ਹੋ ਤਾਂ ਬਹੁਤ ਥੋੜ੍ਹਾ ਆਉਂਦਾ ਹੈ। ਔਰ ਇਹ ਪੂਰੀ ਡਿਗਰੀ ਦੇ ਵਾਸਤੇ ਖਰਚਿਆ ਜਾਣਾ ਹੈਗਾ, 1 ਸਾਲ 'ਚ ਨਹੀਂ ਹੈ, ਆਉਣ ਵਾਲੇ 3 ਸਾਲ ਜਾਂ 4 ਸਾਲ ਜਿੰਨਾ ਚਿਰ ਬੱਚੇ ਦੀ ਡਿਗਰੀ ਹੈ। ਕਈ ਵਾਰੀ ਕੀ ਹੁੰਦਾ ਕਿ ਅਸੀਂ ਸਕੀਮ ਲਾਂਚ ਕਰਦੇ ਹਾਂ 6 ਮਹੀਨੇ ਬਾਅਦ ਅਸੀਂ ਕਹਿੰਦੇ ਜੀ ਤੂੰ ਉਸ ਕੈਟੇਗਰੀ 'ਚ ਨਹੀਂ ਫੋਲ ਕਰਦਾ। ਤਾਂ ਇਹ ਜਿਹੜੇ ਬੱਚੇ ਨੇ ਜੋ ਕਮਿਟਮੈਂਟ ਕੀਤੀ ਜਾਏਗੀ, ਬਸ਼ਰਤੇ ਕਿ ਉਹ ਬੱਚਾ ਮਿਹਨਤ ਕਰਦਾ ਰਹੇ, ਉਹ ਬੱਚਾ ਉਹ ਜਿਹੜਾ ਹੁਸ਼ਿਆਰ ਮਾਪਦੰਡ 'ਤੇ ਉਹ ਦਾਖਲ ਹੋਇਆ ਉਹ ਮਾਪਦੰਡ ਨੂੰ ਕਾਇਮ ਰੱਖੇ, ਪੂਰੀ ਡਿਗਰੀ ਦੇ ਵਾਸਤੇ ਇਹ ਪੈਸੇ ਉੱਤੇ ਖਰਚੇ ਜਾਣੇ ਹੈਗੇ ਨੇ। ਔਰ ਇਸ ਦੇ ਵਾਸਤੇ ਅਸੀਂ ਜਿਹੜੇ ਬੱਚੇ ਕਿਸੇ ਵਰਗ ਦੇ ਵਿੱਚ ਫਿੱਟ ਨਹੀਂ ਹੋਣਗੇ, ਬਹੁਤ ਸਾਰੇ ਬੱਚੇ ਸਾਨੂੰ ਜੱਸੋਵਾਲ ਸਾਹਿਬ ਐਸੇ ਆਉਂਦੇ ਜਿਹੜੇ ਕਹਿੰਦੇ ਮੈਂ ਆਪਣੇ ਪੈਰਾਂ ਸਿਰ ਖੜ੍ਹੇ ਹੋਣਾ, ਉਹਨਾਂ ਦੇ ਮਾਪੇ ਸਮਰੱਥ ਨੇ ਲੇਕਿਨ ਉਹ ਕਹਿੰਦੇ ਮੈਂ ਮਾਪਿਆਂ ਦੇ ਬੋਝ ਨਹੀਂ ਬਣਨਾ, ਮੈਂ ਆਪਣੇ ਪੈਰਾਂ ਸਿਰ ਖੜ੍ਹੇ ਹੋਣਾ। ਉਹਨਾਂ ਵਾਸਤੇ ਅਸੀਂ ਸਟੱਡੀ ਲੋਨ ਵਾਸਤੇ
ਵੱਖ-ਵੱਖ ਬੈਂਕਾਂ ਦੇ ਨਾਲ ਅਸੀਂ MOU ਸਾਈਨ ਕੀਤੇ ਨੇ, ਅਸੀਂ ਟਾਈਪ ਕਰ ਲਿਆ ਕਿਉਂਕਿ ਜਿਵੇਂ ਵਿਕਸਿਤ ਦੇਸ਼ਾਂ ਦੇ ਵਿੱਚ, ਪੱਛਮੀ ਦੇਸ਼ਾਂ ਦੇ ਵਿੱਚ ਆਮ ਰਿਵਾਜ ਹੈ ਕਿ ਹਰ ਬੱਚਾ ਸਟੱਡੀ ਲੋਨ ਲੈ ਕੇ ਪੜ੍ਹਦਾ ਹੈ। ਸਕੂਲ ਐਜੂਕੇਸ਼ਨ ਤੋਂ ਬਾਅਦ ਉਹ ਆਪਣੇ ਮਾਪਿਆਂ 'ਤੇ ਬੋਝ ਨਹੀਂ ਬਣਦਾ। ਸਾਡੇ ਵਿੱਚ ਵੀ ਰਿਵਾਜ ਪੈਦਾ ਹੋ ਰਿਹਾ। ਬਹੁਤ ਸਾਰੇ ਬੱਚੇ ਸਾਨੂੰ ਅਪਰੋਚ ਕਰਦੇ ਸੀ। ਅਸੀਂ ਇੱਕ ਵੱਖਰੀ ਵਿਵਸਥਾ ਕਰ ਲਈ, ਅਸੀਂ ਟਾਈਪ ਕਰ ਲਿਆ ਬੈਂਕਾਂ ਨਾਲ, ਨੈਸ਼ਨਲ ਬੈਂਕਾਂ ਦੇ ਨਾਲ, ਕਿ ਉਹ ਬੱਚਿਆਂ ਨੂੰ ਆਸਾਨ ਕਰਜ਼ੇ ਜਿਹੜੇ ਨੇ ਸਟੱਡੀ ਵਾਸਤੇ ਉਹ ਲੈਣਗੇ। ਉਹ ਇਸ ਤੋਂ 68 ਲੱਖ ਦੀ ਜਿਹੜੀ 48 ਲੱਖ ਦੀ ਜਿਹੜੀ ਸਾਡੀ ਇਹ ਹੈਗੀ ਆ ਵਿੱਤੀ ਸਹਾਇਤਾ, ਇਸ ਤੋਂ ਵੱਖਰਾ ਹੈ। ਅੱਛਾ ਜੀ, ਉਸ ਤੋਂ ਵੀ ਵੱਖਰਾ? ਉਸ ਤੋਂ ਵੱਖਰਾ ਹੈ। ਠੀਕ ਹੈ ਜੀ। ਆਮ ਤੌਰ 'ਤੇ ਤੁਸੀਂ ਕੋਵਿਡ-19 ਦੇ ਨਾਲ ਬਹੁਤ ਸਕੂਲਾਂ ਦੀਆਂ ਖਬਰਾਂ ਸੁਣੀਆਂ ਨੇ। ਹਰ ਚੈਨਲ ਵੱਲੋਂ, ਹਰ ਮੀਡੀਆ ਦੇ ਵਿੱਚ ਇਹ ਖਬਰ ਆਈ ਆ ਕਿ ਸਕੂਲ ਵਾਲੇ, ਕਾਲਜ ਵਾਲੇ ਉਹਨਾਂ ਤੋਂ ਫੀਸ ਮੰਗ ਰਹੇ ਨੇ, ਉਹਨਾਂ ਨੂੰ ਡਰਾ ਧਮਕਾ ਰਹੇ ਨੇ ਅਤੇ ਕੋਰਟ ਦੀ ਗੱਲ ਦਾ ਸਹਾਰਾ ਲੈ ਕੇ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ 3 ਮਹੀਨੇ 5 ਮਹੀਨੇ ਦੀ ਫੀਸ ਐਡਵਾਂਸ ਦੇ ਵਿੱਚ ਦਿਓ। ਲੇਕਿਨ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇਸ ਦੇ ਉਲਟ ਜਾ ਕੇ ਆਪਣੇ ਖਰਚਿਆਂ ਨੂੰ ਦੇ ਵਿੱਚ ਕਟੌਤੀ ਕਰਦੇ ਹੋਏ ਉਹ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਜਿਹੜਾ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਆ। ਅਤੇ ਬਾਕੀ ਜਿਹੜੀ ਯੂਨੀਵਰਸਿਟੀ ਨੇ, ਕਾਲਜਿਸ ਨੇ, ਉਹ ਵੀ ਤੁਹਾਨੂੰ ਇਸ ਨੂੰ ਫੋਲੋ ਕਰਨਗੇ। ਜਸਵਾਲ ਸਾਹਿਬ, ਮੈਨੂੰ ਪੂਰਾ ਯਕੀਨ ਹੈ ਕਿ ਸਾਰੀਆਂ ਸੰਸਥਾਵਾਂ ਸਮਾਜ ਪ੍ਰਤੀ ਜ਼ਿੰਮੇਵਾਰੀ ਨੂੰ ਅਹਿਸਾਸ ਰੱਖਦੀਆਂ ਨੇ। ਮੈਂ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਸਾਡੇ ਕੋਲ ਵੀ ਜਿਹੜੇ ਸਾਧਨ ਹੈ, ਫੰਡ ਹੈ, ਬੱਚਿਆਂ ਦੀ ਫੀਸ ਤੋਂ ਹੀ ਆਉਂਦੇ ਆ। ਜਿਹੜੇ ਸਮਰੱਥ ਮਾਪੇ ਹੈ ਉਹਨਾਂ ਦੇ ਬੱਚਿਆਂ ਦੀ ਜਿਹੜੀ ਪੂਰੀ ਫੀਸ ਲਈ ਜਾਏਗੀ, ਉਸ ਫੀਸ ਦੇ ਵਿੱਚੋਂ ਅਸੀਂ ਕੁਝ ਫੰਡ ਜਿਹੜੇ ਨੇ ਅਸੀਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਣੇ ਖਰਚੇ ਘਟਾ ਕੇ ਇਹਨਾਂ ਬੱਚਿਆਂ ਵਾਸਤੇ ਵਰਤਾਂਗੇ। ਮੇਰੀ ਬੇਨਤੀ ਵੀ ਆ ਤੁਹਾਡੇ ਇਸ ਜਗਬਾਣੀ ਪੰਜਾਬ ਕੇਸਰੀ ਦੇ ਮਾਧਿਅਮ ਰਾਹੀਂ ਕਿ ਕਈ ਵਾਰੀ ਕੋਈ ਜਦੋਂ ਸਕੀਮ ਲਾਂਚ ਹੁੰਦੀ ਆ, ਲੋੜਵੰਦ ਦੀ ਬਜਾਏ ਜਿਹੜੇ ਲੋਕ ਸਮਰੱਥਾ ਰੱਖਦੇ ਨੇ ਕਈ ਵਾਰੀ ਉਹ ਵੀ ਅਪਲਾਈ ਕਰ ਦਿੰਦੇ। ਤਾਂ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਮਾਪੇ ਜਿਹੜੇ ਹੈਗੇ ਨੇ, ਜਿਨ੍ਹਾਂ ਦੇ ਕੋਲ ਸਮਰੱਥਾ ਹੈਗੀ ਆ, ਉਹ ਪੂਰੀ ਫੀਸ ਜ਼ਰੂਰ ਦੇਣ, ਕਿਉਂਕਿ ਸੰਸਥਾਵਾਂ ਤਾਂ ਹੀ ਚੱਲਣਗੀਆਂ। ਇਹ ਕੋਈ ਗੁਨਾਹ ਨਹੀਂ ਹੈ ਕਿ ਅਗਰ ਕੋਈ ਸੰਸਥਾ ਬੱਚਿਆਂ ਤੋਂ ਫੀਸ, ਅਸੀਂ ਵੀ ਬੱਚਿਆਂ ਤੋਂ ਫੀਸ ਲੈ ਰਹੇ ਹੈਗੇ ਆ। ਜਿਹੜੇ ਬੱਚੇ ਦੇ ਸਕਦੇ ਨੇ ਉਹਨਾਂ ਤੋਂ ਫੀਸ ਲੈ ਰਹੇ ਹੈਗੇ, ਜਿਹੜੇ ਬੱਚੇ ਲੋੜਵੰਦ ਨੇ ਉਹਨਾਂ 'ਤੇ ਅਸੀਂ ਖਰਚ ਕਰ ਰਹੇ ਹੈਗੇ ਆ। ਅਧਿਆਪਕਾਂ ਦੀਆਂ ਤਨਖਾਹਾਂ ਜਾਣੀਆਂ ਨੇ, ਸਿਸਟਮ ਚੱਲਣਾ। ਔਰ ਮੈਂ ਇਹ ਗੱਲ ਬੜੇ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਹੈਗਾ ਕਿ ਸਾਡੇ ਸਮੂਰੇ ਸਮਾਜ ਨੂੰ ਸਮਝਣਾ ਚਾਹੀਦਾ, ਮਾਪਿਆਂ ਨੂੰ ਸਮਝਣਾ ਚਾਹੀਦਾ ਹੈਗਾ, ਚਾਹੇ ਉਹ ਸਕੂਲ ਨੇ, ਚਾਹੇ ਕਾਲਜ ਨੇ, ਉਹ ਉਹਨਾਂ ਦੀਆਂ ਫੀਸਾਂ ਦੇ ਨਾਲ ਹੀ ਚੱਲਣੇ। ਲੇਕਿਨ ਇਹ ਇੱਕ ਵੱਖਰੀ ਤਰ੍ਹਾਂ ਦਾ ਅਪਰੋਚ ਹੈਗੀ ਆ ਕਿ ਜਿਹੜੇ ਲੋੜਵੰਦ ਬੱਚੇ ਨੇ, ਅਗਰ ਅੱਜ ਕੋਈ ਬੱਚਾ, ਹੋਣਹਾਰ ਬੱਚਾ ਪੈਸੇ ਦੀ ਥੋੜ੍ਹ ਕਰਕੇ ਪੜ੍ਹਾਈ ਤੋਂ ਰਹਿ ਜਾਂਦਾ, ਤਾਂ ਉਹ ਵੀ ਸਾਡੇ ਸਮਾਜ 'ਤੇ ਇੱਕ ਬਹੁਤ ਵੱਡੀ ਕਾਲਕ ਹੈ, ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਔਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਦੀ ਮਦਦ ਕਰੀਏ, ਲੇਕਿਨ ਜਿਹੜੀ ਫੀਸ ਪੂਰੀ ਦੇ ਸਕਦੇ ਉਹਨਾਂ ਤੋਂ ਪੂਰੀ ਫੀਸ ਲਈ ਜਾਵੇ। ਅਤੇ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਜਿਹੜੇ ਸਮਾਜ ਦੇ ਵਿੱਚ ਸੱਭਿਅਤ ਲੋਕ ਨੇ, ਸਾਊਂਡ ਪੋਜੀਸ਼ਨ ਦੇ ਵਿੱਚ ਨੇ, ਜਿਨ੍ਹਾਂ ਦੀ ਮਾਇਕ ਹਾਲਤ, ਜਿਹੜੀ ਮਾਲੀ ਹਾਲਤ ਆ ਉਹ ਵਧੀਆ ਵਾ, ਤਾਂ ਉਹਨਾਂ ਨੂੰ ਖੁਦ ਬ ਖੁਦ ਚਾਹੀਦਾ ਕਿ ਉਹ ਫੀਸ ਪੇ ਕਰਨ, ਤਾਂ ਜੋ ਜਿਹੜੇ ਗਰੀਬ ਲੋਕ ਨੇ ਉਹਨਾਂ ਦੀਆਂ ਫੀਸਾਂ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਜਿਹੜਾ ਇਹ ਫਾਈਨੈਂਸ਼ੀਅਲ ਏਡ ਦੇ ਤਹਿਤ ਰਾਇਤ ਆ, ਜਿਹੜੀ ਸਹਾਇਤਾ ਵਾ, ਮਦਦ ਆ, ਉਹਨਾਂ ਦੀ ਕੀਤੀ ਜਾ ਸਕੇ। ਦੂਸਰੇ ਪਾਸੇ ਅਸੀਂ ਗੱਲ ਕਰੀਏ, ਯੂਨੀਵਰਸਿਟੀ ਦੇ ਵਿੱਚ ਐਗਜ਼ਾਮ ਚੱਲ ਰਹੇ ਨੇ ਜਾਂ ਐਗਜ਼ਾਮ ਨਹੀਂ ਹੋਏ ਹੈਗੇ, ਬੱਚੇ ਅੱਜ ਤੱਕ ਵੀ ਉਸ ਗੱਲ ਨੂੰ ਸ਼ਸ਼ੋਪੰਜ ਦੇ ਵਿੱਚ ਲੈ ਕੇ ਨੇ। ਬਹੁਤ ਸਾਰੇ ਸਕੂਲਾਂ ਨੇ ਹਾਲੇ ਤੱਕ ਸ਼ੁਰੂ ਨਹੀਂ ਕੀਤੇ, ਯੂਨੀਵਰਸਿਟੀਆਂ, ਕਾਲਜਿਸ ਸ਼ੁਰੂ ਨਹੀਂ ਹੋਏ ਹੈਗੇ। ਕਦੋਂ ਤੱਕ ਸ਼ੁਰੂ ਹੋਣ ਦੀ ਉਮੀਦ ਆ? ਅਤੇ ਐਗਜ਼ਾਮ ਦੇ ਬਾਰੇ ਕੁਛ ਬੱਚੇ ਤੁਹਾਡੇ ਬਹੁਤ ਵੇਟ ਕਰਦੇ ਨੇ, ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਜਸਵਾਲ ਸਾਹਿਬ, ਜਿਹੜੇ ਤਾਂ ਯੂਨੀਵਰਸਿਟੀ ਐਗਜ਼ਾਮ ਨੇ ਉਸ ਦੇ ਬਾਰੇ ਫੈਸਲਾ ਹੋ ਚੁੱਕਿਆ। UGC ਦੀਆਂ ਗਾਈਡਲਾਈਨ ਆ ਚੁੱਕੀਆਂ ਨੇ। ਅਸੀਂ ਆਪਣੇ ਫਾਈਨਲ ਈਅਰ ਦੇ ਵਿਦਿਆਰਥੀਆਂ ਦੇ ਐਗਜ਼ਾਮ ਲੈ ਚੁੱਕੇ ਹਾਂ। ਬਾਕੀ ਵਿਦਿਆਰਥੀਆਂ ਦੀ ਵੈਲੂਏਸ਼ਨ ਵਾਸਤੇ UGC ਦੀਆਂ ਗਾਈਡਲਾਈਨ ਦੇ ਮੁਤਾਬਕ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਆ। ਬਹੁਤ ਥੋੜ੍ਹੇ ਦਿਨਾਂ 'ਚ ਅਸੀਂ ਸਾਰੇ ਬੱਚਿਆਂ ਦਾ ਜਿਹੜਾ ਰਿਜ਼ਲਟ ਆ ਉਹ ਕੱਢ ਦੇਣਾ ਹੈਗਾ। ਔਰ ਨਵੇਂ ਸੈਸ਼ਨ ਦੀ ਜਿਹੜੀ ਸ਼ੁਰੂਆਤ ਹੈਗੀ ਆ, ਅਗਸਤ ਦੇ ਵਿੱਚ ਫੁੱਲ ਫਲੈਜ ਜਿਹੜਾ ਸੈਸ਼ਨ ਸਟਾਰਟ ਹੋਏਗਾ। ਲੇਕਿਨ ਉਸ ਦੇ ਵਿੱਚ ਜਿਹੜੀਆਂ ਗਾਈਡਲਾਈਨ ਹੈਗੀਆਂ ਨੇ ਗੌਰਮੈਂਟ ਦੀਆਂ, ਉਸ ਦੇ ਮੁਤਾਬਕ ਅਗਰ ਤਾਂ ਲੋਕਡਾਊਨ ਦੀਆਂ ਸ਼ਰਤਾਂ ਹਟ ਗਈਆਂ, ਕੈਂਪਸ ਖੁੱਲ੍ਹੇਗਾ। ਅਗਰ ਲੋਕਡਾਊਨ ਜਾਰੀ ਵੀ ਰਹਿੰਦਾ ਤਾਂ ਪੜ੍ਹਾਈ ਸ਼ੁਰੂ ਹੋਏਗੀ, ਲੇਕਿਨ ਉਹ ਵਰਚੁਅਲ ਹੋਏਗੀ, ਉਹ ਜਿਹਨੂੰ ਔਨਲਾਈਨ ਵੀ ਕਹਿ ਲੈਂਦੇ ਆ। ਲੇਕਿਨ ਉਸ ਦੇ ਵਾਸਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਵਰਲਡ ਦਾ ਜਿਹੜਾ ਟੌਪ ਕਲਾਸ ਜਿਹੜਾ ਹੈਗਾ, ਵਰਲਡ ਦਾ ਬੈਸਟ, ਕਿਉਂਕਿ IT ਇਨਫਰਾਸਟਰਕਚਰ ਹੋਣਾ ਬੜਾ ਜ਼ਰੂਰੀ ਹੈ। ਅਸੀਂ ਜ਼ੂਮ 'ਤੇ ਕਲਾਸ ਲੈ ਕੇ ਨਹੀਂ ਕਹਿ ਸਕਦੇ ਕਿ ਔਨਲਾਈਨ ਸਟੱਡੀ ਹੋ ਗਈ। ਤਾਂ ਉਸ ਦੇ ਵਾਸਤੇ ਬੱਚੇ ਨੂੰ ਪੂਰਾ ਇੱਕ ਲੈਬ ਦਾ ਐਕਸਪੀਰੀਅੰਸ ਵੀ ਮਿਲਣਾ ਚਾਹੀਦਾ, ਕਲਾਸਰੂਮ ਦਾ ਐਕਸਪੀਰੀਅੰਸ ਵੀ ਮਿਲਣਾ ਚਾਹੀਦਾ। ਔਰ ਹਰ ਬੱਚੇ ਨੂੰ ਇਹ ਵਿਵਸਥਾ ਹੋਣੀ ਚਾਹੀਦੀ ਕਿ ਆਪਣੇ ਅਧਿਆਪਕ ਤੋਂ ਸਵਾਲ ਪੁੱਛ ਸਕੇ। ਜੇ ਬੱਚਾ ਆਪਣੇ ਅਧਿਆਪਕ ਨਾਲ ਗੱਲ ਹੀ ਨਹੀਂ ਕਰ ਸਕਦਾ ਤਾਂ ਫਿਰ ਉਹ ਸਟੱਡੀ ਕਾਹਦੀ ਹੈ? ਤਾਂ ਐਮਰਜੈਂਸੀ ਦੇ ਵਿੱਚ ਜੋ ਹੋ ਗਿਆ ਸੋ ਹੋ ਗਿਆ। ਲੇਕਿਨ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ, ਸਾਰੀਆਂ ਹੀ ਸੰਸਥਾਵਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਨਵੈਸਟ ਕਰੀਏ, ਅਸੀਂ ਪ੍ਰੋਪਰ ਇਨਫਰਾਸਟਰਕਚਰ ਲੈ ਕੇ ਆਈਏ। ਸਭ ਤੋਂ ਪਹਿਲਾਂ ਤਾਂ ਜ਼ਰੂਰੀ ਕਿ ਸਾਡੇ ਕੋਲ ਉਹ ਸੌਫਟਵੇਅਰ ਹੋਣੇ ਚਾਹੀਦੇ ਨੇ, ਲਰਨਿੰਗ ਮੈਨੇਜਮੈਂਟ ਸਿਸਟਮ ਹੋਣੇ ਚਾਹੀਦੇ ਜਿਸ ਦੇ ਵਿੱਚ ਵਰਚੁਅਲ ਕੈਂਪਸ ਦੀ ਪ੍ਰੋਵੀਜ਼ਨ ਹੈ। ਦੂਸਰਾ, ਸਾਡੇ ਕੋਲ ਸਟੂਡੀਓ ਹੋਣੇ ਚਾਹੀਦੇ ਨੇ ਜਿੱਥੇ ਰਿਕਾਰਡਿੰਗਸ ਹੋਣ, ਤਾਂ ਕਿ ਔਨਲਾਈਨ ਜਿਹੜਾ ਕੰਟੈਂਟ ਤੁਸੀਂ ਦੇਣਾ ਹੈਗਾ ਉਹਦੀ ਕੁਆਲਿਟੀ ਵੀ ਤਾਂ ਠੀਕ ਹੋਣੀ ਚਾਹੀਦੀ ਹੈ। ਅਗਰ ਤੁਸੀਂ ਘਰ ਬੈਠ ਕੇ ਆਪਣੇ ਬੈੱਡ 'ਤੇ, ਮੰਜੇ 'ਤੇ ਬੈਠ ਕੇ ਔਰ ਕਿਚਨ 'ਚ ਖੜ੍ਹ ਕੇ ਤੁਸੀਂ ਬੱਚੇ ਨੂੰ ਲੈਕਚਰ ਦਿਓਗੇ ਤਾਂ ਪੋਸੀਬਲ ਨਹੀਂ ਹੈ। ਤੁਹਾਡੇ ਕੋਲ ਪ੍ਰੋਪਰ ਸਟੂਡੀਓ ਚਾਹੀਦੇ ਆ। ਔਰ ਉਸ ਦੇ ਨਾਲ ਸਾਡੇ ਟੀਚਰਾਂ ਦੀ ਟ੍ਰੇਨਿੰਗ ਵੀ ਚਾਹੀਦੀ ਹੈ, ਕਿਉਂਕਿ ਟੀਚਰ ਜਿਹੜੇ ਸਾਡੇ ਪਹਿਲਾਂ ਕੈਂਪਸ ਦੇ ਵਿੱਚ ਮੈਨੂਅਲੀ ਪੜ੍ਹਾਉਂਦੇ ਆ, ਟ੍ਰੈਡੀਸ਼ਨਲ ਤਰੀਕੇ ਨਾਲ ਪੜ੍ਹਾਉਂਦੇ ਆ, ਹੁਣ ਕੈਮਰੇ ਸਾਹਮਣੇ ਖੜ੍ਹ ਕੇ ਪੜ੍ਹਾਉਣਾ ਔਰ ਡਿਜੀਟਲ ਬੋਰਡ 'ਤੇ ਬੱਚੇ ਨੂੰ ਸਮਝਾਉਣਾ, ਉਹ ਸਾਰੀਆਂ ਚੀਜ਼ਾਂ ਨੂੰ ਕਰਨ ਵਾਸਤੇ ਟ੍ਰੇਨਿੰਗ ਚਾਹੀਦੀ ਸੀ। ਔਰ ਚੰਡੀਗੜ੍ਹ ਯੂਨੀਵਰਸਿਟੀ ਨੇ ਅਮਰੀਕਾ ਦੇ ਐਕਸਪਰਟ ਹਾਇਰ ਕੀਤੇ ਸੀ। ਅਸੀਂ ਸਾਰੇ ਟੀਚਰਾਂ ਦੀ ਜਿਹੜੀ ਟ੍ਰੇਨਿੰਗ ਕੰਪਲੀਟ ਕਰ ਰਹੀ ਹੈ। ਔਰ ਇਸ ਦੇ ਨਾਲ ਇੱਕ ਹੋਰ ਗੱਲ ਜਸਵਾਲ ਸਾਹਿਬ ਦੱਸਣੀ ਚਾਹੂੰਗਾ
ਕਿ ਜਿਹੜਾ ਵਿਦਿਆਰਥੀ ਹੈ ਵਰਚੁਅਲ ਪੜ੍ਹਾਈ ਵਾਸਤੇ ਉਹਦੀ ਟ੍ਰੇਨਿੰਗ ਵੀ ਜ਼ਰੂਰੀ ਹੈ। ਹੁਣ ਅਸੀਂ ਆਪਣੇ ਵਿਦਿਆਰਥੀਆਂ ਦੀ ਟ੍ਰੇਨਿੰਗ ਵੀ ਸ਼ੁਰੂ ਕਰਨ ਜਾ ਰਹੇ ਹਾਂ ਕਿ ਉਹਨਾਂ ਨੇ ਇਸ ਪਲੇਟਫਾਰਮ ਨੂੰ, ਕਿਉਂਕਿ ਬਹੁਤ ਵੱਡਾ ਪਲੇਟਫਾਰਮ ਹੈ, ਵਰਲਡ ਦਾ ਬੈਸਟ ਪਲੇਟਫਾਰਮ ਹੈ, ਇਹਨੂੰ ਯੂਟਿਲਾਈਜ਼ ਕਿਵੇਂ ਕਰਨਾ ਔਰ ਇਸ ਦੇ ਵਿੱਚ ਬੜੇ ਫਾਇਦੇ ਆ। ਸਭ ਤੋਂ ਵੱਡਾ ਫਾਇਦਾ ਇਹ ਹੈਗਾ ਕਿ ਪਹਿਲਾਂ ਕੀ ਸੀਗਾ ਕਿ ਹਰ ਇੰਡੀਵਿਜੂਅਲ ਬੱਚੇ ਨੂੰ ਸਪੇਸ ਨਹੀਂ ਮਿਲਦੀ ਸੀ। ਹੁਣ ਇਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਐਸੇ ਫੀਚਰ ਨੇ ਕਿ ਹਰ ਵਿਦਿਆਰਥੀ ਜਿਹੜਾ ਹੈਗਾ ਉਹਨੂੰ ਨਿੱਜੀ ਸਪੇਸ ਮਿਲ ਰਹੀ ਹੈ ਔਰ ਹਰ ਵਿਦਿਆਰਥੀ ਦੀ ਨਜ਼ਰ ਹੈ। ਅਧਿਆਪਕ ਵੀ ਹਰ ਵਿਦਿਆਰਥੀ ਨੂੰ ਦੇਖ ਸਕਦਾ ਹੈਗਾ ਕਿ ਇਹਨੇ ਕਲਾਸ ਦੇ ਵਿੱਚ ਕਿੰਨੇ ਸਵਾਲ ਪੁੱਛੇ, ਕਿੰਨਾ ਇੰਟਰਸਟ ਲਿਆ, ਇਹ ਕਿੱਧਰ ਝਾਕ ਰਿਹਾ ਸੀ, ਮੋਬਾਈਲ ਫੋਨ ਯੂਜ਼ ਕਰ ਰਿਹਾ ਸੀ, ਨਹੀਂ ਕਰ ਰਿਹਾ ਸੀ। ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਆਪਣੇ ਆਪ ਹੀ ਰਿਪੋਰਟ ਕਾਰਡ ਬਣਾ ਕੇ ਹਰ ਬੱਚੇ ਦਾ ਦੇ ਦੇਣਾ ਹੈ। ਔਰ ਦੂਸਰੇ ਪਾਸੇ ਬੱਚੇ ਕੋਲੇ ਵੀ ਪ੍ਰੋਵੀਜ਼ਨ ਆ ਗਿਆ ਕਿ ਉਹ ਹਰ ਕਲਾਸ ਤੋਂ ਬਾਅਦ ਆਪਣੇ ਟੀਚਰ ਨੂੰ ਰੇਟ ਕਰੇਗਾ ਕਿ ਮੈਨੂੰ ਇਹ ਲੈਕਚਰ ਇਹਦਾ ਕਿਵੇਂ ਲੱਗਿਆ ਜਾਂ ਮੈਨੂੰ ਇਹ ਲੈਬ ਕਿਵੇਂ ਲੱਗੀ। ਤਾਂ ਇਸ ਦੇ ਨਾਲ ਇੱਕ ਹੋਰ ਬਹੁਤ ਵੱਡਾ ਫਾਇਦਾ ਹੈ ਕਿ ਪਹਿਲਾਂ ਬਹੁਤ ਸਾਰੇ ਜਿਵੇਂ ਹਾਰਵਰਡ ਹੋ ਗਈ, ਵੱਡੀਆਂ ਸਟੈਨਫੋਰਡ ਯੂਨੀਵਰਸਿਟੀ ਹੋ ਗਈ ਜਾਂ ਹੋਰ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਮੈਂ ਅਫੋਰਡ ਨਹੀਂ ਕਰ ਸਕਦਾ ਸੀ ਲੈ ਕੇ ਆਵਾਂ, ਲੇਕਿਨ ਹੁਣ ਇਸ ਸਿਸਟਮ ਦੇ ਨਾਲ ਮੈਂ ਅਮਰੀਕਾ ਦਾ ਪ੍ਰੋਫੈਸਰ ਵੀ ਆਪਣੇ ਬੱਚਿਆਂ ਦੇ ਲੈਕਚਰ ਵਿੱਚ ਲਿਆ ਸਕਦਾ। ਤਾਂ ਇਸ ਦੇ ਬਹੁਤ ਫਾਇਦੇ ਵੀ ਨੇ। ਅੱਛਾ, ਜਿਵੇਂ ਤੁਹਾਨੂੰ ਅਸੀਂ ਦੇਖਿਆ ਕਿ ਨੈਕ ਦਾ ਗ੍ਰੇਡ A+ ਸਰਟੀਫਿਕੇਟ ਮਿਲਿਆ, ਇਹਦੇ ਨਾਲ ਜਦੋਂ ਕੋਵਿਡ-19 ਸ਼ੁਰੂ ਹੋਇਆ ਸੀ ਤਾਂ ਤੁਹਾਡੇ ਵੱਲੋਂ ਇੱਕ 100 ਬੈੱਡ ਦੀ ਗੱਲ ਕੀਤੀ ਗਈ ਸੀ। ਜਿੰਨਾ ਸਮਾਂ ਕੋਵਿਡ-19 ਦਾ ਮਹਾਮਾਰੀ ਦਾ ਪ੍ਰਕੋਪ ਚੱਲਿਆ ਤਾਂ ਤੁਹਾਡੇ ਯੂਨੀਵਰਸਿਟੀ ਵੱਲੋਂ ਲਗਾਤਾਰ ਲੋਕਾਂ ਨੂੰ ਲੰਗਰ ਵੀ ਦਿੱਤਾ ਗਿਆ ਵਾ। ਤਾਂ ਇੱਦਾਂ ਦੀਆਂ ਜਿਹੜੀਆਂ ਸਮਾਜ ਭਲਾਈ ਦੇ ਕੰਮ ਨੇ ਤੁਸੀਂ ਉਹ ਵੀ ਕਰਦੇ ਹੋ ਅਤੇ ਨਾਲ ਇਹ ਵੀ ਕਰ ਰਹੇ ਹੋ, ਅਤੇ ਇਹ ਜਿਹੜਾ ਇਹਨੂੰ ਕੰਬੀਨੇਸ਼ਨ ਕਿਵੇਂ ਬਣਾਉਂਦੇ ਹੋ ਜੀ? ਜਸੋਵਾਲ ਸਾਹਿਬ, ਮੈਂ ਸਮਝਦਾ ਕਿ ਜਿਹੜੀਆਂ ਵਿਦਿਅਕ ਸੰਸਥਾਵਾਂ ਨੇ, ਖਾਸ ਕਰਕੇ ਜਿਹੜੀਆਂ ਉੱਚ ਵਿਦਿਅਕ ਸੰਸਥਾਵਾਂ ਯੂਨੀਵਰਸਿਟੀਆਂ ਨੇ, ਉਹ ਟੀਚਿੰਗ ਸ਼ਾਪ ਨਹੀਂ ਹੋਣੀਆਂ ਚਾਹੀਦੀਆਂ, ਉਹ ਪੜ੍ਹਾਈ ਦੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ। ਉਹ ਸਮਾਜ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਬਹੁਤ ਬਣਦੀ ਹੈ। ਪੜ੍ਹਾਈ ਉਹਦਾ ਇੱਕ ਜ਼ਿੰਮੇਵਾਰੀ ਹੈ, ਲੇਕਿਨ ਉਸ ਤੋਂ ਇਲਾਵਾ ਸਮਾਜ ਦੇ ਵਿੱਚ ਅਗਰ ਤਬਦੀਲੀ ਲੈ ਕੇ ਆਉਣੀ ਹੈ ਨਾ ਜੀ, ਉਹ ਸਿਰਫ ਵਿੱਦਿਆ ਨੇ ਲੈ ਕੇ ਆਉਣੀ ਔਰ ਵਿਦਿਅਕ ਸੰਸਥਾਵਾਂ ਨੇ ਲੈ ਕੇ ਆਉਣੀ। ਔਰ ਯੂਨੀਵਰਸਿਟੀਆਂ ਦੀ ਸਭ ਤੋਂ ਵੱਡੀ ਡਿਊਟੀ ਬਣਦੀ ਹੈ ਕਿ ਸਮਾਜ ਦੀਆਂ ਗੱਲਾਂ ਨੂੰ ਸਮਝਣ, ਸਮਾਜ ਦੀਆਂ ਲੋੜਾਂ ਨੂੰ ਸਮਝਣ, ਸਮਾਜ ਦੀਆਂ ਚੁਣੌਤੀਆਂ ਨੂੰ ਸਮਝਣ ਅਤੇ ਉਹਦੇ ਹੱਲ ਵਾਸਤੇ ਯਤਨ ਕਰਨ ਔਰ ਉਸ ਦੇ ਵਾਸਤੇ ਰਿਸਰਚ ਕਰਨ, ਉਸ ਦੇ ਵਾਸਤੇ ਅੱਗੇ ਆਉਣ। ਆਪਣੇ ਵਿੱਤੀ ਸਾਧਨ, ਆਪਣੇ ਜੋ ਵੀ ਉਹਨਾਂ ਕੋਲ ਹਿਊਮਨ ਰਿਸੋਰਸ ਹੈ, ਜੋ ਵੀ ਉਹਨਾਂ ਕੋਲ ਟੈਕਨੋਲੋਜੀ ਹੈ, ਜੋ ਵੀ ਉਹਨਾਂ ਕੋਲ ਇਨਫਰਾਸਟਰਕਚਰ ਹੈ, ਉਹ ਸਮਾਜ ਦੀ ਦੇਣ ਹੈ। ਬਿਨਾਂ ਸ਼ੱਕ ਮੈਂ ਅੱਜ ਇਸ ਯੂਨੀਵਰਸਿਟੀ ਵਿੱਚ ਸੇਵਾ ਕਰ ਰਿਹਾ, ਨੂੰ ਚਲਾ ਰਿਹਾ, ਲੇਕਿਨ ਇਹ ਸਾਰਾ ਕੁਝ ਸਮਾਜ ਦੀ ਦੇਣ ਹੈ। ਸਮਾਜ ਦੇ ਵਿੱਚੋਂ ਨਿਕਲਿਆ, ਵਿਦਿਆਰਥੀਆਂ ਦੀ ਫੀਸਾਂ ਤੋਂ ਸਾਧਨ ਜਿਹੜੇ ਸਰੋਤ ਬਣੇ ਆ। ਸਰਕਾਰ ਨੇ ਸਾਨੂੰ ਮੌਕਾ ਦਿੱਤਾ, ਸਰਕਾਰ ਨੇ ਜਦੋਂ ਸਾਨੂੰ ਯੂਨੀਵਰਸਿਟੀ ਦੀ ਮਾਨਤਾ ਦਿੱਤੀ ਹੈ ਅਤੇ ਉਹਨਾਂ ਨੇ ਸਾਡੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਔਰ ਸਾਨੂੰ ਉਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ। ਅੱਛਾ, ਮੇਰਾ ਲਾਸਟ ਕੁਐਸਚਨ ਇਹ ਹੈ ਜੀ, ਕਿੰਨਾ ਕੁ ਜਿਹੜਾ ਫਾਈਨੈਂਸ਼ੀਅਲ ਗੱਲ ਕਰੀਏ ਜਾਂ ਬੱਚਿਆਂ ਦੀ ਅਸੀਂ ਗੱਲ ਕਰੀਏ, ਕਿੰਨੇ ਕੁ ਲੋਸ ਦੇ ਵਿੱਚ ਇਸ ਸਮੇਂ ਯੂਨੀਵਰਸਿਟੀ ਕਾਲਜ ਚੱਲ ਰਹੇ ਨੇ ਜੀ? ਬਹੁਤ ਵੱਡਾ ਵਿੱਤੀ ਸੰਕਟ ਹੈ ਐਜੂਕੇਸ਼ਨ ਸੈਕਟਰ 'ਤੇ। ਬਹੁਤ ਸਾਰੇ ਕਾਲਜ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਵਿੱਤੀ ਜਿਹੜਾ ਮੁਸ਼ਕਿਲ ਦੇ ਵਿੱਚ ਗੁਜ਼ਰਨਾ ਪੈ ਰਿਹਾ। ਉਹ ਤਨਖਾਹਾਂ ਨਹੀਂ ਦੇ ਪਾ ਰਹੇ, ਅਧਿਆਪਕਾਂ ਦੀਆਂ ਤਨਖਾਹਾਂ ਪ੍ਰਭਾਵਿਤ ਹੋ ਰਹੀਆਂ ਨੇ, ਹੋਰ ਸਾਧਨ ਖਰਚੇ ਜਿਹੜੇ ਨਹੀਂ ਹੋ ਰਹੇ। ਉਹਦੇ ਬਹੁਤ ਸਾਰੇ ਕਾਰਨ ਇਹ ਹੈ ਕਿ ਬਹੁਤ ਸਾਰੇ ਜਿਹੜੇ ਸਰਕਾਰੀ ਸਕੀਮਾਂ ਦੇ ਬੋਝ ਨੇ ਉਹ ਕਾਲਜਾਂ 'ਤੇ ਪਾ ਦਿੱਤੇ ਗਏ ਆ। ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ, ਮੈਂ ਇਕੱਲੇ ਪੰਜਾਬ ਦੇ ਕਾਲਜਾਂ ਦੀ ਗੱਲ ਕਰਾਂ ਤਾਂ 1800 ਕਰੋੜ ਰੁਪਏ ਪਿਛਲੇ 3 ਸਾਲਾਂ ਦਾ ਪਿਆ। ਹੁਣ ਉਹ 1800 ਕਰੋੜ ਰੁਪਏ ਦਾ ਜਿਹੜਾ ਵਿੱਚੋਂ ਗੈਪ ਹੈ ਉਹ ਪ੍ਰਾਈਵੇਟ ਕਿੱਥੋਂ ਲੈ ਕੇ ਆਉਣ, ਕਿੱਥੋਂ ਪੂਰਾ ਕਰਨ। ਤਾਂ ਮੈਂ ਬੇਨਤੀ ਕਰਨੀ ਚਾਹੂੰਗਾ ਸਰਕਾਰ ਨੂੰ ਵੀ ਕਿ ਜਿਹੜੇ ਪੈਂਡਿੰਗ ਡਿਊਜ਼ ਪਏ ਨੇ, ਚਾਹੇ ਉਹ ਭਾਰਤ ਸਰਕਾਰ ਕੋਲ ਨੇ, ਚਾਹੇ ਉਹ ਸਟੇਟ ਗੌਰਮੈਂਟ ਕੋਲ ਨੇ, ਉਹ ਜਿੰਨੀ ਜਲਦੀ ਹੋ ਸਕੇ ਸੰਸਥਾਵਾਂ ਨੂੰ ਦਿੱਤੇ ਜਾਣ, ਤਾਂ ਕਿ ਜਿਹੜਾ ਐਜੂਕੇਸ਼ਨ ਸੈਕਟਰ ਹੈ ਜੱਸੋਵਾਲ ਸਾਹਿਬ, ਇਹ ਸਭ ਤੋਂ ਵੱਡਾ ਐਮਪਲਾਇਰ ਵੀ ਹੈ। ਸ਼ਾਇਦ ਕਿਸੇ ਨੇ ਇਹਨੂੰ ਉਸ ਤਰੀਕੇ ਨਾਲ ਨੋਟਿਸ ਨਹੀਂ ਕੀਤਾ। ਸਭ ਤੋਂ ਵੱਡਾ ਰੁਜ਼ਗਾਰ ਦਾਤਾ ਜਿਹੜਾ ਐਜੂਕੇਸ਼ਨ ਸੈਕਟਰ ਹੈ। ਕਿਸੇ ਵੀ ਇੰਡਸਟਰੀ ਤੋਂ ਜ਼ਿਆਦਾ ਲੋਕ ਜਿਹੜੇ ਨੇ ਕੰਮ ਕਰਦੇ ਨੇ ਐਜੂਕੇਸ਼ਨ ਸੈਕਟਰ ਦੇ ਵਿੱਚ, ਲੇਕਿਨ ਉਸ ਨਜ਼ਰ ਨਾਲ ਕਦੇ ਇਹਨੂੰ ਦੇਖਿਆ ਨਹੀਂ ਗਿਆ। ਜਦੋਂ ਵੀ ਗੱਲ ਹੁੰਦੀ ਹੈ ਪਹਿਲਾਂ ਇੰਡਸਟਰੀ ਦੀ ਮਦਦ ਜ਼ਰੂਰ ਕਰੋ, ਉਸ ਤੋਂ ਜ਼ਿਆਦਾ ਕਰੋ ਜਿੰਨੀ ਪਹਿਲਾਂ ਕਰਦੇ ਹੋ, ਲੇਕਿਨ ਵਿਦਿਅਕ ਸੰਸਥਾਵਾਂ ਵੀ ਤਾਂ ਬਹੁਤ ਵੱਡਾ ਰੁਜ਼ਗਾਰ ਪ੍ਰਦਾਨ ਕਰ ਰਹੀਆਂ ਨੇ। ਤਾਂ ਇਹਨਾਂ ਦਾ ਅਸੀਂ ਨਹੀਂ ਕਹਿੰਦੇ ਕਿ ਇਹਨਾਂ ਨੂੰ ਤੁਸੀਂ ਕੋਈ ਪੈਕੇਜ ਦੇ ਦਿਓ, ਲੇਕਿਨ ਇਹਨਾਂ ਦਾ ਜੋ ਹੱਕ ਬਣਦਾ ਉਹ ਤਾਂ ਦਿੱਤਾ ਜਾਵੇ। ਥੈਂਕ ਯੂ ਸਰ। ਥੈਂਕ ਯੂ ਜੀ, ਥੈਂਕ ਯੂ। ਇਹ ਸੀ ਸਰਦਾਰ ਸਤਨਾਮ ਸਿੰਘ ਸੰਧੂ, ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੋਲੈਬੋਰੇਟ ਕੀਤਾ, ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਫਾਈਨੈਂਸ਼ੀਅਲ ਏਡ ਹੈ ਜਿਹੜੀ 48 ਲੱਖ ਰੁਪਏ ਦੀ ਕਿਵੇਂ ਸ਼ੁਰੂ ਕੀਤੀ ਜਾ ਰਹੀ ਆ, 48 ਕਰੋੜ ਰੁਪਏ ਦੀ ਕਿਵੇਂ ਸ਼ੁਰੂ ਕੀਤੀ ਜਾ ਰਹੀ ਹੈ, ਕਿਹੜੇ ਕਿਹੜੇ ਬੱਚੇ ਇਹਦੇ ਵਿੱਚ ਆ ਸਕਦੇ ਨੇ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਡੇ ਬਾਈ ਡੇ, ਟਾਈਮ ਬਾਈ ਟਾਈਮ, ਈਅਰ ਬਾਈ ਈਅਰ ਉਹਨਾਂ ਨੂੰ ਇਹ ਜਿਹੜੀ ਦਿੱਤੀ ਜਾਣੀ ਹੈ। ਅਤੇ ਇਸ ਦੇ ਨਾਲ ਉਹਨਾਂ ਨੇ ਵਿਦਿਅਕ ਸੰਸਥਾਵਾਂ ਦੀ ਗੱਲ ਕੀਤੀ ਆ, ਕਿਸ ਤਰ੍ਹਾਂ ਡਾਊਨਫਾਲ 'ਤੇ ਚਲੇ ਗਈਆਂ ਨੇ, ਅਤੇ ਇਹਨਾਂ ਨੇ ਇਹ ਵੀ ਕੀਤਾ ਕਿ ਸਮਾਜਿਕ ਜ਼ਿੰਮੇਵਾਰੀ ਹੈ ਜਿਹੜੀ ਵਿਦਿਅਕ ਸੰਸਥਾਵਾਂ ਦੇ ਨਾਲ ਕੀ ਬਣਦੀਆਂ ਨੇ ਅਤੇ ਉਸ ਨੂੰ ਕਿਸ ਤਰ੍ਹਾਂ ਨਿਭਾਉਣਾ ਚਾਹੀਦਾ। ਹਰਪ੍ਰੀਤ ਸਿੰਘ ਜਸਵਾਲ, ਪੰਜਾਬ ਕੇਸਰੀ ਜਗਬਾਣੀ TV, ਚੰਡੀਗੜ੍ਹ।